फैटी लीवर ਇੰਨਾ ਜ਼ਿਆਦਾ ਹੋਣ ਲੱਗ ਪਿਆ, ਇੱਕ ਆਮ ਜੀ ਬਿਮਾਰੀ ਬਣ ਗਈ ਕਿ ਸਾਡੇ ਦੇਸ਼ ਦੇ ਵਿੱਚ ਇੱਕ ਸਟੱਡੀ ਕੀਤੀ ਗਈ ਆ ਕਿ 3 ਬੰਦਿਆਂ ਦੇ ਵਿੱਚੋਂ ਇੱਕ ਵਿਅਕਤੀ ਨੂੰ ਇਹ ਫੈਟੀ ਲੀਵਰ ਹੋ ਚੁੱਕਾ ਹੈ। ਔਰ ਇੱਕ ਹੋਰ ਗੱਲ ਕਿ 70 ਤੋਂ 80% ਲੋਕਾਂ ਨੂੰ ਇਹਦਾ ਕੋਈ ਚਿੰਨ੍ਹ ਵੀ ਨਹੀਂ ਆਉਂਦਾ, ਕੋਈ ਸਮੱਸਿਆ ਵੀ ਨਹੀਂ ਆਉਂਦੀ, ਤਕਲੀਫ ਨਹੀਂ ਆਉਂਦੀ। ਸਿਰਫ 10 ਤੋਂ 20% ਲੋਕ ਹੀ ਨੇ ਜਿਨ੍ਹਾਂ ਨੂੰ ਇੱਥੇ ਕੋਈ ਸੱਜੇ ਪਾਸੇ ਇਸ ਏਰੀਏ 'ਚ ਦਰਦ ਹੁੰਦਾ ਹੈ ਤੇ ਉਹ ਕੋਈ ਟੈਸਟ ਕਰਾਉਂਦੇ ਨੇ ਤਾਂ ਪਤਾ ਲੱਗਦਾ ਹੈ ਕਿ ਤੁਸੀਂ ਫੈਟੀ ਲੀਵਰ ਦੇ ਸ਼ਿਕਾਰ ਹੋ। ਵਰਨਾ ਬਹੁਤ ਸਾਰੇ ਲੋਕਾਂ ਨੂੰ ਤਾਂ ਜਦੋਂ ਕਿਸੇ ਕਾਰ ਸਮੱਸਿਆ ਦੇ ਲਈ ਅਲਟਰਾਸਾਊਂਡ ਕਰਾਉਂਦੇ ਨੇ ਤਾਂ ਪਤਾ ਲੱਗਦਾ ਹੈ ਕਿ ਤੁਹਾਨੂੰ ਫੈਟੀ ਲੀਵਰ ਹੋ ਚੁੱਕਾ। ਵੈਸੇ ਉਹਨਾਂ ਨੂੰ ਫੈਟੀ ਲੀਵਰ ਦੀ ਅਜੇ ਤੱਕ ਕੋਈ ਸਮੱਸਿਆ ਨਹੀਂ ਆਈ ਹੁੰਦੀ। ਔਰ ਜਦ ਜਿਹੜੀ ਸਮੱਸਿਆ ਆਉਂਦੀ ਹੈ ਲੋਕਾਂ ਨੂੰ, ਜਿਨ੍ਹਾਂ ਦੇ ਚਿੰਨ੍ਹ ਆਉਂਦੇ ਨੇ, ਉਹ ਦਰਦ ਇੱਥੇ ਹੋਣ ਦੇ ਇਲਾਵਾ ਜੀ ਕੱਚਾ ਹੋਣਾ, ਉਲਟੀ ਆਉਣ ਨੂੰ ਮਨ ਕਰਨਾ ਔਰ ਉਲਟੀ ਆ ਜਾਣਾ, ਜਾਂ ਜਿਹੜਾ ਬਹੁਤ ਜ਼ਿਆਦਾ ਥਕਾਵਟ ਆਉਣੀ ਜਾਂ ਬਹੁਤ ਜ਼ਿਆਦਾ ਪਸੀਨਾ ਆਉਣਾ, ਇਹਦੇ ਕੁਝ ਇਸ ਤਰ੍ਹਾਂ ਦੇ ਚਿੰਨ੍ਹ ਜਿਹੜੇ ਨੇ ਉਹ ਪਾਏ ਜਾਂਦੇ ਨੇ। ਕੰਮ ਧੰਦਾ ਕਰਦਿਆਂ ਪਸੀਨਾ ਆਉਣਾ ਹੋਰ ਗੱਲ ਹੈ, ਔਰ ਇੱਕ ਥਕਾਵਟ ਦੇ ਨਾਲ ਬਿਲਕੁਲ ਥੱਕਿਆ ਥੱਕਿਆ ਸਰੀਰ ਲੱਗਣਾ, ਡਿੱਗੂ ਡਿੱਗੂ ਕਰਦਾ ਰਹਿਣਾ, ਜਾਂ ਭੁੱਖ ਨਾ ਲੱਗਣਾ, ਜਾਂ ਇੱਥੇ ਅਫਾਰਾ ਜਿਹਾ ਮਹਿਸੂਸ ਕਰਨਾ, ਭਾਰੀਪਨ ਮਹਿਸੂਸ ਕਰਨਾ ਔਰ ਦਰਦ ਮਹਿਸੂਸ ਕਰਨਾ, ਇਹ ਫੈਟੀ ਲੀਵਰ ਦੇ ਚਿੰਨ੍ਹ ਹੋ ਸਕਦੇ ਨੇ ਕਈ ਮਰੀਜ਼ਾਂ ਵਿੱਚ, ਸਾਰਿਆਂ ਵਿੱਚ ਨਹੀਂ। ਪੇਟ ਦੀ ਗੈਸ ਨਾਲ ਵੀ ਪੇਟ ਦਾ ਭਾਰਾਪਨ ਹੋ ਸਕਦਾ, ਪਰ ਉਹ ਜ਼ਰੂਰੀ ਨਹੀਂ ਹੈ ਕਿ ਉਹ ਫੈਟੀ ਲੀਵਰ ਦੀ ਹੀ ਨਿਸ਼ਾਨੀ ਹੋਵੇ। ਇਹਦਾ ਪਤਾ ਕਿੱਦਾਂ ਲੱਗੇਗਾ? ਅਲਟਰਾਸਾਊਂਡ ਕਰਨ ਦੇ ਨਾਲ ਫੈਟੀ ਲੀਵਰ ਦਾ ਡਾਇਗਨੋਸ ਹੋ ਜਾਂਦਾ ਹੈ ਕਿ ਫੈਟੀ ਲੀਵਰ ਹੈ ਕਿ ਨਹੀਂ ਹੈ। ਔਰ ਜਿਨ੍ਹਾਂ ਦਾ ਇਹ ਫੈਟੀ ਲੀਵਰ ਅੱਗੇ ਵਿਗੜਦਾ ਹੋਇਆ ਫੇਲ ਹੋ ਜਾਂਦਾ ਜਾਂ ਫੇਲ ਹੋਣ ਦੇ ਕਗਾਰ ਤੱਕ ਪਹੁੰਚ ਜਾਂਦਾ, ਤਾਂ ਉੱਥੇ ਇੱਕ ਹੋਰ ਬਹੁਤ ਵੱਡਾ ਇੱਕ ਚਿੰਨ੍ਹ ਬਾਹਰ ਆਉਂਦਾ ਹੈ। ਉਹ ਧਿਆਨ ਨਾਲ ਸੁਣ ਲਓ। ਉਹ ਹੁੰਦਾ ਹੈ ਪੇਟ ਦੇ ਵਿੱਚ ਪਾਣੀ ਦਾ ਭਰ ਜਾਣਾ, ਜਿਹਨੂੰ ਅਸੀਂ ਪੰਜਾਬੀ ਵਿੱਚ ਜਲੌਧਰ ਕਹਿੰਦੇ ਆ ਜਾਂ ਅਸਾਈਟਿਸ ਬੋਲਾਂਗੇ। ਉਹ ਹੋ ਜਾਂਦਾ ਹੈ, ਪੇਟ ਦੇ ਵਿੱਚ ਕਿਤੇ ਪਾਣੀ ਭਰ ਜਾਂਦਾ ਹੈ ਤਾਂ ਉਹ ਇੱਕ ਚਿੰਨ੍ਹ ਹੁੰਦਾ ਤੇ ਉਹਦਾ ਫਿਰ ਟੈਸਟ ਕੀਤਾ ਜਾਂਦਾ ਤੇ ਪਤਾ ਲੱਗਦਾ ਕਿ ਇਹਨਾਂ ਦਾ ਲੀਵਰ ਫੇਲ ਹੋ ਗਿਆ, ਇਸ ਲਈ ਪਾਣੀ ਇਕੱਠਾ ਹੋ ਗਿਆ। ਜਾਂ ਕਈ ਵਾਰੀ ਮਰੀਜ਼ ਨੂੰ ਬੈਠਿਆਂ ਬੈਠਿਆਂ ਕੁਝ ਦਿਨਾਂ ਤੋਂ ਬਿਮਾਰ ਸੀ, ਇੱਧਰ ਉੱਧਰ ਦੀਆਂ ਦਵਾਈਆਂ ਖਾਂਦਾ ਰਿਹਾ, ਕੋਈ ਡਾਇਗਨੋਸ ਨਹੀਂ ਹੋਇਆ, ਇਲਾਜ ਨਹੀਂ ਪੂਰਾ ਸਹੀ ਹੋਇਆ, ਮਰੀਜ਼ ਨੂੰ ਖੂਨ ਦੀ ਉਲਟੀ ਆਈ ਤੇ ਟੈਸਟ ਕਰਾਉਣ ਤੇ ਪਤਾ ਲੱਗਾ ਕਿ ਇਸ ਮਰੀਜ਼ ਦਾ ਜਿਹੜਾ ਹੈ ਉਹ ਲੀਵਰ ਫੇਲ ਹੋ ਚੁੱਕਿਆ। ਸੋ ਉਹਦਾ ਫਿਰ ਟ੍ਰੀਟ ਕੀਤਾ ਜਾਂਦਾ। ਹੁੰਦਾ ਕੀ ਹੈ ਕਿ ਸਾਡੇ ਲੀਵਰ ਦੇ ਵਿੱਚ ਸਾਡੇ ਦੁਆਰਾ ਖਾਧੀ ਗਈ ਚਰਬੀ ਜਿਹੜੀ ਹੈ ਉਹ ਜਮ੍ਹਾਂ ਹੋ ਜਾਂਦੀ ਹੈ ਤੇ ਉਹਦੇ ਆਕਾਰ ਦੇ ਵਿੱਚ ਫਰਕ ਪੈ ਜਾਂਦਾ ਤੇ ਉਹਦੇ ਤੇ ਇਹ ਜਾ ਕੇ ਸਾਰੀ ਚਰਬੀ ਉਹਦੇ ਤੇ ਜੰਮ ਜਾਂਦੀ ਹੈ ਤੇ ਉਹ ਮੋਟਾ ਹੋ ਜਾਂਦਾ ਹੈ। ਹੁਣ ਇਹਦੇ ਵਿੱਚ ਇਹ ਵੀ ਪਾਇਆ ਜਾਂਦਾ ਹੈ ਕਿ ਕੁਝ ਲੋਕਾਂ ਦਾ ਜਿਹੜਾ ਕੋਲੇਸਟ੍ਰੋਲ ਹਾਈ ਰਹਿੰਦਾ ਹੈ ਉਹਦਾ ਵੀ ਇਹਦੇ ਨਾਲ ਸੰਬੰਧ ਬਣ ਜਾਂਦਾ ਹੈ। ਇਹਨੂੰ ਠੀਕ ਕਰਨ ਲਈ ਉਸ ਕੋਲੇਸਟ੍ਰੋਲ ਹਾਈ ਨੂੰ ਵੀ ਡਾਊਨ ਕਰਨਾ ਪੈਂਦਾ ਹੈ ਤਾਂ ਜਾ ਕੇ ਇਹ ਠੀਕ ਹੁੰਦਾ ਹੈ। ਹੁਣ ਇਹਦਾ ਅਸੀਂ ਪਤਾ ਕਿਵੇਂ ਲਾਵਾਂਗੇ ਕਿ ਸਾਡੇ ਅਲਟਰਾਸਾਊਂਡ ਦੇ ਵਿੱਚ ਇਹ ਤਾਂ ਆ ਗਿਆ ਕਿ ਫੈਟੀ ਲੀਵਰ ਹੈ। ਹੁਣ ਬਾਕੀ ਚੀਜ਼ਾਂ ਦਾ ਪਤਾ ਕਰਨ ਲਈ ਕਿ ਇਹਦਾ ਨੁਕਸਾਨ ਕਿੰਨਾ ਕੁ ਹੋਇਆ ਹੈ ਜਾਂ ਕਿਸ ਕੰਡੀਸ਼ਨ ਵਿੱਚ ਹੈ, ਤਾਂ ਉਹਦੇ ਵਾਸਤੇ ਹੋਰ ਵੀ ਟੈਸਟ ਮੌਜੂਦ ਨੇ। ਥੋੜੀ ਜਿਹੀ ਚਰਚਾ ਉਹਨਾਂ ਦੀ। ਉਹਦੇ ਚ ਹੈਗਾ ਫਾਈਬਰੋਸਕੈਨ, SGOT, SGPT ਹੈ ਔਰ ਇੱਕ ਅਲਟਰਾਸਾਊਂਡ ਦੀ ਆਪਾਂ ਗੱਲ ਕਰ ਚੁੱਕੇ ਹਾਂ। ਇਹਦੇ ਨਾਲ ਅਸੀਂ ਇਹ ਪਤਾ ਲਾ ਲਾਂਗੇ ਕਿ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ ਔਰ ਜਾਂ ਨਹੀਂ। ਹੁਣ ਗੱਲ ਕਰਦੇ ਹਾਂ ਕਿ ਇਹ ਮੋਟਾ ਹੋਇਆ, ਭਾਰਾ ਹੋਇਆ, ਫੈਟੀ ਹੋਇਆ, ਤਾਂ ਬਹੁਤਾਤ ਵਿੱਚ ਮਰੀਜ਼ ਮੋਟੇ ਹੁੰਦੇ ਨੇ, ਉਹਨਾਂ ਦਾ ਜ਼ਿਆਦਾ ਹੁੰਦਾ ਹੈ, ਪਰ ਇਹ ਨਹੀਂ ਕਿ ਇਹ ਪਤਲਿਆਂ ਦੇ ਨਹੀਂ ਹੁੰਦਾ। ਪਤਲੇ ਜਿਨ੍ਹਾਂ ਦਾ ਭਾਰ ਬਹੁਤ ਘੱਟ ਹੈ ਉਹਨਾਂ ਲੋਕਾਂ ਦੇ ਵਿੱਚ ਵੀ ਜਿਹੜਾ ਫੈਟੀ ਲੀਵਰ ਜਿਹੜਾ ਹੈ ਉਹ ਪਾਇਆ ਜਾਂਦਾ ਹੈ। ਔਰ ਦੂਸਰਾ, ਅਗਰ ਕੋਈ ਵਿਅਕਤੀ ਇਹਦੇ ਨਾਲ ਸ਼ਰਾਬ ਪੀਂਦਾ ਹੈ ਜਾਂ ਸ਼ਰਾਬ ਦੇ ਨਾਲ ਨਾਨ ਵੈਜ ਖਾਂਦਾ ਹੈ, ਉਹਦਾ ਨੁਕਸਾਨ ਹੋਰ ਵੀ ਜ਼ਿਆਦਾ ਹੁੰਦਾ ਹੈ। ਯਾਨੀ ਕਿ ਫੈਟੀ ਲੀਵਰ ਵਾਲਾ ਅਗਰ ਸ਼ਰਾਬ ਦਾ ਸੇਵਨ ਬੰਦ ਨਹੀਂ ਕਰਦਾ ਤਾਂ ਉਹ ਬਹੁਤ ਵੱਡਾ ਰਿਸਕ ਲੈ ਰਿਹਾ, ਉਹਨੂੰ ਹਰ ਹਾਲਤ ਵਿੱਚ ਸ਼ਰਾਬ ਨੂੰ ਛੱਡਣਾ ਹੀ ਪਏਗਾ। ਇਹ ਫੈਟੀ ਲੀਵਰ ਅਲਕੋਹਲ ਵਾਲਿਆਂ ਦਾ ਵੀ ਹੁੰਦਾ ਹੈ ਔਰ ਨਾਨ ਅਲਕੋਹਲਿਕ ਲੋਕਾਂ ਦਾ ਵੀ ਹੁੰਦਾ ਹੈ। ਜਿਹੜੇ ਸ਼ਰਾਬ ਨਹੀਂ ਪੀਂਦੇ ਉਹਨਾਂ ਦਾ ਵੀ ਹੁੰਦਾ ਹੈ ਔਰ ਜਿਹੜੇ ਪੀਂਦੇ ਨੇ ਉਹਨਾਂ ਹੁੰਦਾ ਹੈ। ਹੁਣ ਪੀਣ ਵਾਲਿਆਂ ਦੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ, ਇਸ ਚੀਜ਼ ਦਾ ਧਿਆਨ ਰੱਖਣਾ ਪਊਗਾ। ਉਹਨਾਂ ਨੂੰ ਤੁਰੰਤ ਸ਼ਰਾਬ ਬੰਦ ਕਰਨੀ ਪਏਗੀ ਅਗਰ ਉਹਨਾਂ ਨੇ ਆਪਣਾ ਲੀਵਰ ਠੀਕ ਰੱਖਣਾ ਹੈ। ਅਗਰ ਲੀਵਰ ਖਰਾਬ ਹੋਇਆ ਫਿਰ ਅੱਗੇ ਜਾ ਕੇ ਜਿਹੜਾ ਇਹ ਬਹੁਤ ਵੱਡਾ ਨੁਕਸਾਨ ਉਠਾ ਜਾਏਗਾ, ਲੀਵਰ ਫੇਲ ਚ ਹੋ ਜਾਂਦਾ ਹੈ, ਫਿਰ ਕੋਈ ਟ੍ਰੀਟਮੈਂਟ ਨਹੀਂ ਬਣਦਾ। ਸੋ ਆਪਾਂ ਨੂੰ ਇੱਥੇ ਹੀ ਰੁਕ ਕੇ ਸ਼ਰਾਬ ਨੂੰ ਬੰਦ ਕਰਕੇ ਆਪਣਾ ਟ੍ਰੀਟ ਕਰਨਾ ਚਾਹੀਦਾ ਹੈ। ਔਰ ਜਿਹੜੇ ਲੋਕ ਪਤਲੇ ਨੇ ਹੁਣ ਉਹ ਕੀ ਕਰਨ, ਉਹਦੇ ਵਾਸਤੇ ਵੀ ਆਪਾਂ ਧਿਆਨ ਕਰਾਂਗੇ। ਜਾਂ ਜਿਹੜੇ ਮੋਟੇ ਨੇ ਉਹ ਕੀ ਕਰਨ, ਆਪਾਂ ਇਹ ਵਿਚਾਰ ਕਰਾਂਗੇ। ਸਭ ਤੋਂ ਪਹਿਲਾ ਕੰਮ ਕਰਨ ਦਾ ਕਿ ਸਾਨੂੰ ਬਾਜ਼ਾਰਾਂ ਦੇ ਵਿੱਚ ਖਾ ਕੇ ਪੁੱਠਾ ਸਿੱਧਾ ਖਾ ਕੇ ਬਿਮਾਰ ਹੋਣ ਦੀ ਆਦਤ ਪੈ ਗਈ ਆ।
ਉਹ ਸਾਰੇ ਤਲੇ ਭੁੰਨੇ ਸਮਾਨ ਜੋ ਮਾਰਕੀਟ ਦੇ ਵਿੱਚੋਂ ਸਸਤੇ ਤੇਲ ਦੇ ਵਿੱਚ ਤੁਸੀਂ ਬਣਾਏ ਹੋਏ ਖਾਂਦੇ ਹੋ, ਟਰਾਂਸ ਫੈਟ ਤੁਹਾਨੂੰ ਦਿੰਦੇ ਨੇ। ਉਹ ਟਰਾਂਸ ਫੈਟ ਤੁਹਾਡੇ ਹਾਰਟ ਦਾ ਨੁਕਸਾਨ ਕਰਦੀ ਆ, ਤੁਹਾਡੀ ਆਰਟਰੀ ਦਾ ਨੁਕਸਾਨ ਕਰਦੀ ਆ, ਤੁਹਾਨੂੰ ਬਹੁਤ ਸਾਰੇ ਰੋਗ ਲਾਉਂਦੀ ਹੈ, ਲੀਵਰ ਨੂੰ ਵੀ ਬਹੁਤ ਖਰਾਬ ਕਰਦੀ ਆ। ਸੋ ਤੁਸੀਂ ਮਾਰਕੀਟ ਦੇ ਵਿੱਚੋਂ ਜੇ ਤੁਹਾਨੂੰ ਫੈਟੀ ਲੀਵਰ ਹੋ ਚੁੱਕਾ ਹੈ, ਤੁਸੀਂ ਭੁੱਲ ਕੇ ਵੀ ਮਾਰਕੀਟ ਦਾ ਸਮਾਨ ਜੋ ਫੂਡ ਨਹੀਂ ਹੈ, ਫੂਡ ਘਰ 'ਚ ਹੁੰਦਾ ਹੈ, ਭੋਜਨ ਘਰ ਮਿਲੇਗਾ, ਉਹ ਖਾਇਆ ਕਰੋ, ਉਹਨੂੰ ਛੱਡ ਲਓ। ਤੇਲ ਅਤੇ ਘਿਓ ਨੂੰ ਬਹੁਤ ਘੱਟ ਜਾਂ ਬਿਲਕੁਲ ਨਾ ਲਓ ਤਾਂ ਤੁਹਾਡਾ ਲੀਵਰ ਜਿਹੜਾ ਹੈ ਬਹੁਤ ਜਲਦੀ ਠੀਕ ਹੋ ਜਾਏਗਾ। ਅਗਲਾ ਜਿਹੜਾ ਕੰਮ ਕਰਨ ਦਾ ਉਹ ਬਹੁਤ ਵੱਡਾ ਤੇ ਜ਼ਰੂਰੀ ਕੰਮ ਹੈ। ਅਗਰ ਵਿਅਕਤੀ 35 40 ਮਿੰਟ 45 ਮਿੰਟ ਰੋਜ਼ਾਨਾ ਕਸਰਤ ਕਰੇ, ਇਹ ਨਹੀਂ ਉਹ ਟਹਿਲਣਾ ਸ਼ੁਰੂ ਕਰ ਦੇ ਅੱਧਾ ਘੰਟਾ ਫੋਨ ਕੰਨ ਨਾਲ ਲਾ ਲੇ ਤੇ ਘੁੰਮਦਾ ਫਿਰੇ, ਐਦਾਂ ਨਹੀਂ ਗੱਲ ਬਣਨੀ। 35 ਤੋਂ 40 ਮਿੰਟ ਐਕਸਰਸਾਈਜ਼ ਐਸੀ ਹੋਵੇ ਜਿਹਦੇ ਤੁਹਾਡਾ ਮੁੜਕਾ ਨਿਕਲੇ, ਜਿਹਦੇ 'ਚ ਤੁਹਾਨੂੰ ਸਾਹ ਚੜੇ, ਤੁਹਾਡੀ ਜਿਹੜੀ ਦਿਲ ਦੀ ਧੜਕਣ ਹੈ ਉਹ ਤੇਜ਼ ਹੋ ਜਾਵੇ, ਤਾਂ ਸਮਝੋ ਇਹ ਹੈ ਤੁਹਾਡੀ ਐਕਸਰਸਾਈਜ਼। ਉਹਦੇ ਲਈ ਘਰ ਦੇ ਵਿੱਚ ਜਿਹੜੇ ਪਿੰਡਾਂ 'ਚ ਲੋਕ ਰਹਿੰਦੇ ਨੇ, ਉਹਨਾਂ ਦੇ ਘਰਾਂ ਦੇ ਵਿੱਚ ਤਾਂ ਮਣਾ ਮੂੰਹ ਹੀ ਕੰਮ ਪਏ ਰਹਿੰਦੇ ਨੇ, ਉਹ ਆਲਸ ਕਰਦੇ ਬੈਠੇ ਰਹਿੰਦੇ ਨੇ ਜਾਂ ਕਿਸੇ ਮਜ਼ਦੂਰ ਤੋਂ ਕਰਾਉਂਦੇ ਨੇ। ਸੋ ਆਪਣੇ ਉਹ ਕੰਮ ਕਰਨੇ ਸ਼ੁਰੂ ਕਰ ਦੇਣ ਤਾਂ ਵੀ ਉਹਨਾਂ ਦਾ ਫੈਟੀ ਲੀਵਰ ਜਿਹੜਾ ਉਹ ਠੀਕ ਹੋ ਜਾਂਦਾ ਹੈ। ਪਰ ਇਹ ਕੰਮ 3 ਤੋਂ 6 ਮਹੀਨੇ ਕਰਨ ਦੇ ਨੇ। ਤੁਸੀਂ ਆਪਣਾ ਭਾਰ 5 ਤੋਂ 10% ਘਟਾ ਲੈਂਦੇ ਜੇ ਤਾਂ ਤੁਹਾਡਾ ਸਮਝ ਲਓ ਫੈਟੀ ਲੀਵਰ ਜਿਹੜਾ ਉਹ ਠੀਕ ਹੋ ਗਿਆ, ਕਿਉਂਕਿ ਤੁਹਾਡਾ ਭਾਰ ਘਟੇਗਾ ਤੇ ਉਧਰੋਂ ਚਰਬੀ ਉਹਦੀ ਵੀ ਪਿੰਗਲ ਜਾਏਗੀ ਤੇ ਉਹਨੂੰ ਸਾਹ ਆ ਜਾਏਗਾ। ਸੋ ਇਹ ਕੰਮ ਕਰਨ ਦਾ, ਔਰ ਕੁਝ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਕਿਹੜੀਆਂ ਚੀਜ਼ਾਂ ਅਸੀਂ ਖਾ ਪੀ ਕੇ ਵੀ ਇਹਨੂੰ ਅਸੀਂ ਠੀਕ ਕਰ ਸਕਦੇ ਹਾਂ। ਪਰਹੇਜ਼ ਤਾਂ ਹੋ ਗਿਆ ਕਿ ਘਿਓ ਵਾਲਾ ਸਮਾਨ, ਤੇਲ ਵਾਲਾ ਸਮਾਨ, ਔਰ ਇਹ ਜਿਹੜੀ ਸ਼ਰਾਬ ਹੈ ਇਹਨੂੰ ਬੰਦ ਕਰਕੇ ਇਹਨੂੰ ਸ਼ਾਂਤੀ ਮਿਲੇਗੀ। ਜੰਕ ਫੂਡ ਤੁਸੀਂ ਬੰਦ ਕਰੋਗੇ। ਪਰ ਹੁਣ ਕਿਹੜੀਆਂ ਚੀਜ਼ਾਂ ਅਸੀਂ ਖਾਣੀਆਂ ਸ਼ੁਰੂ ਕਰ ਦਈਏ ਕਿ ਸਾਡੇ ਲੀਵਰ ਨੂੰ ਸਹਾਇਤਾ ਮਿਲੇ ਠੀਕ ਹੋਣ ਦੇ ਵਿੱਚ। ਉਹ ਸਭ ਤੋਂ ਵਧੀਆ ਚੀਜ਼ ਹੈ ਨਿੰਬੂ। ਅਗਰ ਕਿਸੇ ਨੂੰ ਐਸਿਡਿਟੀ ਬਹੁਤ ਜ਼ਿਆਦਾ ਨਹੀਂ ਹੈ ਤੇ ਨਿੰਬੂ ਉਹਨੂੰ ਪਚਦਾ ਹੈ ਤਾਂ ਘੱਟੋ ਘੱਟ ਉਹ 2 ਜਾਂ 3, 1.5, 1 ਅੱਧਾ ਨਿੰਬੂ ਰੋਜ਼ਾਨਾ ਲਗਾਤਾਰ ਲਵੇ। ਜਿੰਨਾ ਤੁਹਾਨੂੰ ਪਚਦਾ ਹੈ, ਜਿੰਨਾ ਤੁਹਾਨੂੰ ਸੂਟ ਕਰਦਾ ਹੈ, 1 ਨਿੰਬੂ 2 ਨਿੰਬੂ ਉਹਨੂੰ ਤੁਸੀਂ ਪਾਣੀ 'ਚ ਨਿਚੋੜ ਕੇ ਉਹਦੇ 'ਚ ਨਮਕ ਮਿੱਠਾ ਭਾਵੇਂ ਤੁਸੀਂ ਨਾ ਪਾਓ, ਕੱਲਾ ਇਹਨੂੰ ਲਓ ਤਾਂ ਜ਼ਿਆਦਾ ਠੀਕ ਰਹੇਗਾ ਤੁਹਾਡੇ ਲਈ। ਯਾਨੀ ਕਿ ਉਹਦੇ 'ਚ ਵਿਟਾਮਿਨ ਸੀ ਔਰ ਐਂਟੀਆਕਸੀਡੈਂਟ ਹੈ ਬਹੁਤ ਵਧੀਆ। ਤੁਹਾਡੇ ਲੀਵਰ ਦੇ ਨੂੰ ਜਿਹੜੇ ਵਿੱਚ ਇਹ ਜਾ ਕੇ ਉਹਨੂੰ ਕੀ ਕਰੂਗਾ, ਡੀਟੌਕਸ ਕਰੂਗਾ, ਉਹਦੇ ਜ਼ਹਿਰੀਲੇ ਪਦਾਰਥ ਬਾਹਰ ਕੱਢ ਕੇ ਉਹਨੂੰ ਬਹੁਤ ਵਧੀਆ ਹੈਲਪ ਕਰੂਗਾ। ਇੱਕ ਆਂਵਲਾ ਜਿਹੜਾ ਹੈ, ਔਲੇ ਪੰਜਾਬੀ 'ਚ ਇਹ ਬੜੇ ਚੰਗੇ ਨੇ, ਇਹਦਾ ਚੂਰਨ ਬਣਾ ਕੇ ਲੈ ਸਕਦੇ ਹੋ। ਜਦੋਂ ਸੀਜ਼ਨ ਹੋਵੇ ਤਾਂ ਤੁਸੀਂ ਇਹਨੂੰ ਕੀ ਹੈ, ਇਹਦਾ ਅਚਾਰ ਬਣਾ ਕੇ ਫਿਰ ਅਚਾਰ ਨੂੰ ਥੋੜਾ ਤੇਲ ਉਹਦਾ ਲਾ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਉਹਦਾ ਪ੍ਰਯੋਗ ਕਰ ਸਕਦੇ ਹੋ, ਜਾਂ ਚੂਰਨ ਲੈ ਸਕਦੇ ਹੋ। ਜੂਸ ਤੁਸੀਂ ਬਿਲਕੁਲ ਨਹੀਂ ਲੈਣਾ, ਇਹ ਤੁਸੀਂ ਭੁਲੇਖਾ ਕੱਢ ਦਿਓ ਕਿ ਡੱਬੇ ਵਿੱਚ ਬੰਦ ਕੀਤਾ ਹੋਇਆ ਜੂਸ ਤੁਹਾਡਾ ਲੀਵਰ ਠੀਕ ਕਰ ਦੇਗਾ, ਨਹੀਂ। ਆਂਵਲੇ ਦਾ ਜੂਸ ਤੁਸੀਂ ਆਪ ਕੱਢ ਕੇ ਲੈ ਸਕਦੇ ਹੋ, ਪਰ ਉਹਨੂੰ ਲੈਣ ਦਾ ਤਰੀਕਾ ਇਹ ਹੈ ਕਿਉਂਕਿ ਜੂਸ ਜਦੋਂ ਤੁਸੀਂ ਪੀਓਗੇ ਤਾਂ ਉਹਨੇ ਡਾਇਰੈਕਟ ਜਾਣਾ ਹੈ ਸਰੀਰ ਦੇ ਵਿੱਚ, ਉਹ ਉਹਨੇ ਫਾਇਦੇ ਨਹੀਂ ਕਰਦਾ। ਤੁਸੀਂ ਔਲੇ ਦਾ ਪ੍ਰਯੋਗ ਕਰੋ। ਜੇ ਫਿਰ ਵੀ ਜੂਸ ਹੀ ਲੈਣਾ ਚਾਹੁੰਦੇ ਹੋ, 1-2 ਔਲਿਆਂ ਨੂੰ ਬਰੀ ਕਰਕੇ ਕੱਟ ਕੇ ਉਹਦਾ ਜੂਸ ਕੱਢ ਕੇ ਬਸ ਉਹਦੇ ਚੋਂ 1 ਗਲਾਸ ਵਿੱਚ ਉਹਨੂੰ ਪਾ ਲਓ ਤੇ ਉਹਦੇ ਚੋਂ 2 ਚਮਚੇ ਥੋੜੇ ਪਾਣੀ 'ਚ ਪਾ ਕੇ ਪੀਓ। ਯਾਨੀ ਬਹੁਤ ਥੋੜਾ ਮਾਤਰਾ ਚ ਲਓਗੇ, ਜ਼ਿਆਦਾ ਫਾਇਦਾ ਕਰੂਗਾ। ਬਹੁਤਾ ਲਓਗੇ ਤੇ ਫਿਰ ਉਹ ਠੀਕ ਨਹੀਂ ਹੈ। ਹਾਂ, ਚੂਰਨ ਤੁਸੀਂ 1 ਚਮਚਾ ਲੈ ਸਕਦੇ ਹੋ, ਠੀਕ ਹੈ। ਔਰ ਮੁਰੱਬਾ ਤੁਸੀਂ ਖਾ ਸਕਦੇ ਹੋ। ਮੁਰੱਬਾ ਜਿਹੜਾ ਹੈ ਤੁਸੀਂ ਉਹਨੂੰ ਧੋ ਕੇ ਖਾਣਾ ਤਾਂ ਕਿ ਮਿੱਠਾ ਸਰੀਰ ਦੇ ਵਿੱਚ ਨਾ ਜਾਵੇ। ਇਹ ਤੁਸੀਂ ਜ਼ਰੂਰ ਕੰਮ ਕਰਨਾ ਹੈ ਅਗਰ ਤੁਸੀਂ ਫੈਟੀ ਲੀਵਰ ਦੇ ਸ਼ਿਕਾਰ ਹੋ ਜਾਂ ਬਚਣਾ ਹੀ ਚਾਹੁੰਦੇ ਹੋ, ਆਪਣੇ ਲੀਵਰ ਨੂੰ ਅੱਛੀ ਲਾਈਫ ਦੇਣੀ ਹੈ, ਤਾਂ ਤੁਸੀਂ ਇਹ ਕੰਮ ਕਰ ਸਕਦੇ ਹੋ। ਗ੍ਰੀਨ ਟੀ ਬਹੁਤ ਚੰਗੀ ਹੈ। ਗ੍ਰੀਨ ਟੀ 'ਚ ਕੈਟੇਚਿਨ ਹੁੰਦਾ ਜਿਹੜਾ ਕਿ ਫੈਟੀ ਲੀਵਰ ਨੂੰ ਜਾ ਕੇ ਠੀਕ ਕਰਦਾ ਹੈ, ਮੋਟਾਪੇ ਨੂੰ ਵੀ ਕਿਤੇ ਨਾ ਕਿਤੇ ਘਟਾਉਂਦਾ ਹੈ। ਸੋ ਗ੍ਰੀਨ ਟੀ ਦਾ ਪ੍ਰਯੋਗ 2 ਤੋਂ 3 ਗ੍ਰੀਨ ਟੀ ਜੇ ਅਗਰ ਤੁਸੀਂ ਪ੍ਰਯੋਗ ਕਰਦੇ ਹੋ ਬਿਨਾਂ ਮਿੱਠੇ ਦੇ ਤਾਂ ਬਹੁਤ ਚੰਗੀ ਹੈ। ਕਿ ਆਮ ਜਿਹੜਾ ਹੈ ਗ੍ਰੀਨ ਟੀ ਦਾ ਤੁਹਾਨੂੰ ਪਤਾ ਹੀ ਹੈ, ਕਦੇ ਦੁੱਧ ਦੇ ਵਿੱਚ ਪਾਉਣਾ ਨਹੀਂ ਹੁੰਦਾ, ਸਿਰਫ ਜਿਹੜਾ ਉਬਲੇ ਹੋਏ ਪਾਣੀ ਦੇ ਵਿੱਚ ਤੁਸੀਂ ਇਸ ਨੂੰ ਪਾ ਕੇ ਪੀਣਾ ਹੈ। ਇਹ ਤੁਹਾਡੇ ਲੀਵਰ ਨੂੰ ਬਹੁਤ ਅੱਛਾ ਕਰਦੀ ਹੈ, ਉਹਨੂੰ ਡੀਟੌਕਸ ਕਰਦੀ ਹੈ। ਇਹਦੇ ਵਿੱਚ ਵੀ ਐਂਟੀਆਕਸੀਡੈਂਟ ਹੁੰਦੇ ਨੇ। ਹਲਦੀ ਜਿਹੜੀ ਹੈ ਉਹ ਬਹੁਤ ਵਧੀਆ ਹੈ ਤੁਹਾਡੇ ਲੀਵਰ ਨੂੰ ਡੀਟੌਕਸ ਕਰਨ ਵਾਸਤੇ। 1 ਚੁਟਕੀ ਦੁੱਧ 'ਚ ਪਾ ਕੇ ਲੈ ਸਕਦੇ, ਪਰ ਦੁੱਧ ਦੀ ਮਲਾਈ ਜ਼ਰੂਰ ਉਤਰੀ ਹੋਵੇ। ਜਾਂ ਫਿਰ ਪਾਣੀ 2 ਗਲਾਸ ਦੇ ਵਿੱਚ 1/4 1/4 ਚਮਚ ਜਿਹੜੀ ਪਾ ਕੇ ਘੋਲ ਕੇ ਇਹਨੂੰ ਤੁਸੀਂ ਲਓ। ਪਰ ਇੰਨਾ ਧਿਆਨ ਰੱਖਿਆ ਜੇ ਹਲਦੀ ਪਿਓਰ ਹੋਣੀ ਚਾਹੀਦੀ ਹੈ, ਤੁਸੀਂ ਆਪ ਉਹਨੂੰ ਪਿਸਵਾ ਕੇ ਲਿਆਓ ਤਾਂ ਬਹੁਤ ਹੀ ਵਧੀਆ ਗੱਲ ਹੈ। ਇਹ ਤਾਂ ਸਾਨੂੰ ਆਦਤ ਅਪਣਾ ਹੀ ਲੈਣੀ ਚਾਹੀਦੀ ਹੈ। ਔਰ ਕੌਫੀ ਪੀਣ ਦੇ ਸ਼ੌਕੀਨ, ਕੌਫੀ ਬਿਨਾਂ ਦੁੱਧ ਪੀਣ, ਕੱਲੇ ਪਾਣੀ 'ਚ, ਉਹ ਠੰਡੀ ਪੀਣੀ ਹੈ ਤੱਤੀ ਪੀਣੀ ਉਹ ਤੁਹਾਡੀ ਇੱਛਾ। ਅਗਰ ਕੌਫੀ ਨੂੰ ਤੁਸੀਂ ਪੀਂਦੇ ਹੋ ਬਲੈਕ ਕੌਫੀ, ਤਾਂ ਉਹ ਵੀ ਕਿਤੇ ਨਾ ਕਿਤੇ ਜਾ ਕੇ ਚਰਬੀ ਨੂੰ ਘੋਲਦੀ ਹੈ ਔਰ ਤੁਹਾਨੂੰ ਠੀਕ ਕਰਦੀ ਆ। CSIR ਪਾਲਮਪੁਰ ਦੀ ਇਹ ਸਟੱਡੀ ਹੈ ਕਿ ਅਗਰ ਫੈਟੀ ਲੀਵਰ ਵਾਲੇ ਪੇਸ਼ੈਂਟਸ ਕਈ ਮਹੀਨਿਆਂ ਤੱਕ ਲਗਾਤਾਰ ਸੇਬ ਨੂੰ ਖਾਂਦੇ ਰਹਿੰਦੇ ਨੇ ਤੇ ਉਹਨਾਂ ਦਾ ਫੈਟੀ ਲੀਵਰ ਠੀਕ ਹੋ ਸਕਦਾ ਹੈ। ਸੋ ਸਾਨੂੰ
ਫੈਟੀ ਲੀਵਰ ਦੇ ਪੇਸ਼ੈਂਟਸ ਨੂੰ ਕੀ ਕਰਨਾ ਚਾਹੀਦਾ ਹੈ ਕਿ ਸੇਬ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। ਔਰ ਲਾਸਟ ਦੇ ਵਿੱਚ ਮੈਂ ਤੁਹਾਨੂੰ ਕਹਾਂਗਾ ਕਿ ਪਪੀਤਾ ਜਿਹੜਾ ਹੈ ਇਹ ਬੜਾ ਚੰਗਾ ਹੈ। ਪਪੀਤਾ ਨੂੰ ਤੁਸੀਂ ਸਲਾਦ ਦੇ ਤੌਰ ਤੇ, ਫਰੂਟ ਦੇ ਤੌਰ ਤੇ ਵਰਤੋ, ਪਰ ਇਹਨਾਂ ਧਿਆਨ ਕਰੋ ਜੇ ਕੱਚਾ ਪਪੀਤਾ ਲੈ ਕੇ ਘਰ ਹੀ ਅਖਬਾਰ ਚ ਵਲੇਟ ਕੇ ਰੱਖੋ ਔਰ ਉਹਨੂੰ ਪਕਾ ਕੇ ਖਾਓਗੇ ਤੇ ਜ਼ਿਆਦਾ ਠੀਕ ਹੈ, ਕਿਉਂਕਿ ਮਾਰਕੀਟ ਵਿੱਚ ਮਸਾਲੇ ਵਾਲਾ ਇਹ ਵੀ ਬਹੁਤਾ ਫਾਇਦੇਮੰਦ ਨਹੀਂ ਮੰਨਿਆ ਜਾਂਦਾ। ਸੋ ਇਸ ਚੀਜ਼ ਦਾ ਧਿਆਨ ਕਰਨਾ ਹੈ। ਹੁਣ ਮੈਂ ਤੁਹਾਨੂੰ ਲਾਸਟ ਦੇ ਵਿੱਚ ਜਿਹੜਾ ਲੋਕਾਂ ਦਾ ਖੇਤਾਂ ਨਾਲ ਵਾਹ ਵਾਸਤਾ ਹੈ, ਜੋ ਲੋਕ ਖੇਤਾਂ ਵਿੱਚ ਆਉਂਦੇ ਜਾਂਦੇ ਨੇ ਜਾਂ ਬਾਹਰ ਭ੍ਰਮਣ ਕਰਦੇ ਨੇ, ਸੈਰ ਕਰਨ ਜਾਂਦੇ ਨੇ, ਇੱਕ ਪੌਦਾ ਦੱਸਦਾ, ਉਹਦੇ ਕੋਈ ਨੁਕਸਾਨ ਨਹੀਂ ਜੇ ਤੁਹਾਨੂੰ ਮਿਲ ਜੇ, ਉਹਦਾ ਨਾਮ ਹੈ ਭੂਈ ਆਂਵਲਾ। ਅਸੀਂ ਵੀਡੀਓ 'ਚ ਉਹਦੀ ਫੋਟੋ ਵੀ ਦਿਖਾਵਾਂਗੇ, ਥੋੜੀਆਂ ਨਿਸ਼ਾਨੀਆਂ ਮੈਂ ਦੱਸ ਦਿੰਦਾ। ਭੂਈ ਆਂਵਲਾ ਕਿਉਂ ਕਿਹਾ ਜਾਂਦਾ ਹੈ? ਜਿਹੜਾ ਧਰਤੀ ਦੇ ਉੱਤੇ ਧਰਤੀ ਨਾਲ ਲੱਗਿਆ ਹੋਇਆ 2-3 ਫੁੱਟ ਦਾ ਪੌਦਾ ਆਮਲੇ ਵਰਗਾ ਹੈ, ਉਹਦੇ ਵੀ ਪੱਤਿਆਂ ਦੇ ਥੱਲੇ ਛੋਟੇ 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 ਆਮਲੇ ਵਰਗੇ ਘੁੰਗਰੂ ਜੇ ਲੱਗੇ ਹੁੰਦੇ ਨੇ ਔਰ ਪੱਤਾ ਬਿਲਕੁਲ ਆਮਲੇ ਵਰਗਾ ਹੁੰਦਾ ਹੈ। ਪਰ ਭਲੇਖਾ ਜ਼ਿਮੀਂਦਾਰ ਭਰਾ ਵੀ ਇਹ ਨਾ ਖਾ ਜਾਣ, ਉਹ ਢਿੰਜਣ ਵਰਗਾ ਨਹੀਂ ਹੈ। ਵੇਖਣ ਨੂੰ ਢਿੰਜਣ ਵਰਗਾ ਲੱਗਦਾ, ਢਿੰਜਣ ਦੇ ਜਿਹੜੇ ਪੱਤੇ ਵੱਡੇ ਹੁੰਦੇ ਨੇ, ਰੰਗ ਥੋੜਾ ਉਹਦਾ ਢਿੰਜਣ ਦਾ ਨੀਲਾ ਜਾਂ ਲਾਲ ਜਿਹਾ ਹੁੰਦਾ ਹੈ, ਇਹਦਾ ਨੀਲਾ ਲਾਲ ਰੰਗ ਨਹੀਂ ਹੁੰਦਾ, ਇਹ ਬਿਲਕੁਲ ਹਰਾ ਹੁੰਦਾ ਹੈ। ਪੱਤੇ ਵੇਖਣ ਨੂੰ ਢਿੰਜਣ ਵਰਗੇ ਹੁੰਦੇ ਆ, ਢਿੰਜਣ ਨੂੰ ਫਲੀ ਲੱਗਦੀ ਹੈ, ਇਹਨੂੰ ਫਲੀ ਨਹੀਂ ਲੱਗਦੀ। ਇਹਦੇ ਥੱਲੇ ਥੱਲੇ ਪੱਤੇ ਦੇ ਛੋਟੇ ਛੋਟੇ ਘੁੰਗਰੂ ਨੁਮਾ ਛੋਟੇ ਛੋਟੇ ਬੀਜ ਹੁੰਦੇ ਨੇ। ਜਿੱਥੇ ਇੱਕ ਪੌਦਾ ਹੋ ਗਿਆ ਉੱਥੇ ਫਿਰ ਉਗਦੇ ਰਹਿਣਾ, ਕਿਉਂਕਿ ਇਹ ਜਿਵੇਂ ਜਿਵੇਂ ਇੱਕ ਪੱਤਾ ਪੱਕਿਆ ਉਹਦੇ ਥੱਲੇ ਫਰੂਟ ਜਿਹੜਾ ਪੱਕ ਗਿਆ ਉਹ ਥੱਲੇ ਡਿੱਗ ਜਾਣਾ ਤੇ ਫਿਰ ਉਗ ਜਾਣਾ। ਆਮ ਇਹਨਾਂ ਦਿਨਾਂ ਦੇ ਵਿੱਚ ਯਾਨੀ ਕਿ ਸਤੰਬਰ ਦੇ ਵਿੱਚ, ਅਕਤੂਬਰ ਦੇ ਵਿੱਚ ਆਮ ਥਾਵਾਂ ਦੇ ਉੱਤੇ ਉਗਿਆ ਜਿਹੜਾ ਹੈ ਇਹ ਲੱਭ ਜਾਂਦਾ ਹੈ। ਅਗਰ ਤੁਹਾਨੂੰ ਮਿਲ ਜਾਂਦਾ ਭੂਈ ਆਂਵਲਾ, ਤੁਹਾਡੇ ਲੀਵਰ ਦੀ ਬਹੁਤ ਅੱਛੀ ਦਵਾਈ ਆ। ਇਹਨੂੰ ਪੱਟ ਕੇ ਲਿਆਓ, ਇਹਨੂੰ ਪੱਟ ਕੇ ਇਹਦੀਆਂ ਜੜ੍ਹਾਂ ਨੂੰ ਸਾਫ਼ ਸੂਫ ਕਰ ਲਓ, ਚੰਗੀ ਤਰ੍ਹਾਂ ਮਿੱਟੀ ਮੁੱਟੀ ਝਾੜ ਕੇ ਧੋ ਲਓ, ਧੋ ਕੇ ਇਹਨੂੰ ਛਾਵੇਂ ਸੁਕਾ ਲਓ, ਇਹਦਾ ਪਾਊਡਰ ਕਰ ਲਓ। ਇਹਦੇ ਚੋਂ 2 ਚੁਟਕੀਆਂ ਪਾਣੀ ਦੇ ਵਿੱਚ ਬੋਇਲ ਕਰਕੇ ਅਗਰ ਤੁਸੀਂ ਰੋਜ਼ਾਨਾ 1 ਜਾਂ 2 ਵਾਰ ਪੀਂਦੇ ਰਹਿੰਦੇ ਹੋ ਤਾਂ ਤੁਹਾਡੇ ਲੀਵਰ ਨੂੰ ਇਹ ਬਹੁਤ ਵਧੀਆ ਦਵਾਈ ਹੈ, ਫਰੀ ਦੀ ਦਵਾਈ ਹੈ, ਕੁਦਰਤ ਦੀ ਗੋਦ ਦੇ ਵਿੱਚੋਂ। ਅਗਰ ਤੁਸੀਂ ਇਹ ਭੂਈ ਆਂਵਲਾ ਨਾਮ ਦੁਆਰਾ ਸੁਣ ਲਓ, ਭੂਈ ਆਂਵਲਾ, ਇਹਨੂੰ ਤੁਸੀਂ ਨੈਟ ਤੇ ਜਾ ਕੇ ਵੀ ਚੰਗੀ ਤਰ੍ਹਾਂ ਸਰਚ ਕਰ ਸਕਦੇ ਹੋ। ਇਹਨੂੰ ਸਰਚ ਕਰਕੇ ਜਾਂ ਕਿਸੇ ਸਿਆਣੇ ਵੈਦ ਕੋਲੋਂ, ਡਾਕਟਰ ਕੋਲੋਂ ਪੁੱਛ ਕੇ ਵੀ ਇਹ ਭੂਈ ਆਂਵਲਾ ਜਿਹੜਾ ਪੌਦਿਆਂ ਦੇ ਬਾਰੇ ਜਾਣਕਾਰੀ ਰੱਖਦਾ ਹੋਵੇ ਉਹਦੇ ਕੋਲੋਂ ਪੁੱਛ ਕੇ ਲੈ ਲਓ ਤੇ ਜ਼ਿਆਦਾ ਵਧੀਆ ਹੋਏਗਾ। ਉਹਦੀ ਦੇਖ ਰੇਖ 'ਚ ਲੈ ਲਓ ਤੇ ਜ਼ਿਆਦਾ ਠੀਕ ਹੋਏਗਾ। ਸੋ ਫੈਟੀ ਲੀਵਰ ਦੇ ਪੇਸ਼ੈਂਟਸ ਇਹਨਾਂ ਗੱਲਾਂ ਦਾ ਧਿਆਨ ਕਰਨ। ਲਾਸਟ ਵਿੱਚ ਇੱਕ ਹੋਰ ਗੱਲ ਬਹੁਤ ਇੰਪੋਰਟੈਂਟ ਹੈ ਕਿ ਜਿੱਦਾਂ ਮੈਂ ਦੱਸ ਦਿੱਤਾ, ਨਿੰਬੂ ਦੱਸ ਦਿੱਤਾ, ਗ੍ਰੀਨ ਟੀ ਦੱਸ ਦਿੱਤੀ, ਆਂਵਲਾ ਦੱਸ ਦਿੱਤਾ, ਪਪੀਤਾ ਦੱਸਦਾ, ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਤੁਸੀਂ ਸ਼ੁਰੂ ਨਹੀਂ ਕਰ ਲੈਣਾ। ਇੱਕ ਧਿਆਨ ਕਰਨਾ ਹੈ, ਇਹਦੇ ਚੋਂ 2 ਜਾਂ 3 ਚੀਜ਼ਾਂ ਅਪਣਾ ਲਓ, 2 ਜਾਂ 3 ਚੀਜ਼ਾਂ ਨੂੰ ਅਪਣਾ ਲਓ। ਮਤਲਬ ਸਾਰੇ ਨਹੀਂ ਸਾਰਾ ਕੁਝ ਇਕੱਠਾ ਕਰ ਲਿਆ, ਫਿਰ ਤੁਹਾਡੀ ਰੋਟੀ ਦੀ ਥਾਂ ਕਿੱਥੇ ਰਹਿਣੀ ਹੈ। ਤੁਸੀਂ ਕੀ ਕਰਨਾ, ਇਹਦੇ ਚੋਂ 2-3 ਚੀਜ਼ਾਂ ਅਪਣਾ ਕੇ ਤੁਸੀਂ ਇਸ ਚੀਜ਼ ਦਾ ਲਾਹਾ ਲੈ ਸਕਦੇ ਹੋ ਤੇ ਮਿਹਨਤ ਤੁਹਾਨੂੰ ਕਰਨੀ ਪਏਗੀ। ਘੁੰਮਣਾ ਤੁਹਾਡੇ ਲਈ ਸਾਰਿਆਂ ਲਈ ਜ਼ਰੂਰੀ ਹੈ। ਖਾਣ ਪੀਣ ਦੀਆਂ 2-3 ਚੀਜ਼ਾਂ ਦੇ ਬਦਲਾਅ ਕਰ ਲਓ। ਅਗਰ ਕੰਡੀਸ਼ਨ ਖਰਾਬ ਹੈ ਫਿਰ ਡਾਕਟਰ ਦੀ ਸ਼ਰਨ ਵਿੱਚ ਜਾਣਾ ਪਏਗਾ, ਟੈਸਟ ਕਰਵਾਉਣੇ ਪੈਣਗੇ, ਇਲਾਜ ਕਰਵਾਉਣਾ ਪਏਗਾ। ਸੋ ਆਪਣੀ ਸਿਹਤ ਦਾ ਧਿਆਨ ਰੱਖੋ। ਕੰਮ ਸਦਾ ਹੀ ਕਰੀਏ, ਅਸੀਂ ਬਿਮਾਰ ਹੀ ਕਿਉਂ ਹੋਈਏ, ਸਾਨੂੰ ਬਿਮਾਰ ਹੋ ਕੇ ਕੰਮ ਨਾ ਕਰਨਾ ਪਵੇ। ਤੰਦਰੁਸਤੀ ਵਾਸਤੇ ਕੰਮ ਅਸੀਂ ਰੋਜ਼ਾਨਾ ਹੀ ਕਰੀਏ ਤਾਂ ਕਿ ਅਸੀਂ ਠੀਕ ਹੀ ਰਹੀਏ। ਔਰ ਘਰਾਂ ਦੇ ਕੰਮ ਪਏ ਰਹਿੰਦੇ ਨੇ ਤੇ ਅਸੀਂ ਕੇਸਲ ਜਿਹੜੀ ਆ ਕੇਸਲ ਵੱਟੀ ਰੱਖਦੇ ਆ, ਆਲਸ ਕਰੀ ਰੱਖਦੇ ਆ। ਸੋ ਇਹ ਕੰਮ ਨਹੀਂ ਕਰਨਾ। ਆਓ ਆਪਣੇ ਘਰਾਂ ਦੇ ਕੰਮ ਵੀ ਕਰੀਏ ਔਰ ਆਪਣੀ ਸਿਹਤ ਨੂੰ ਵੀ ਠੀਕ ਰੱਖੀਏ। ਸੋ ਇਸ ਵੀਡੀਓ ਨੂੰ ਸ਼ੇਅਰ ਵੀ ਕਰਨਾ ਔਰ ਸਬਸਕ੍ਰਾਈਬ ਵੀ ਤੁਸੀਂ ਕਰਨਾ ਔਰ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।